ਮਾਨਵ ਜਾਤੀ ਨੂੰ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਮੈਂ ਨਾ ਪਰਮਾਤਮਾ, ਹੰਗ ਮੈਂ ਨਾ ਆਤਮਾ। ਆਤਮਾ ਕਹਿੰਦੀ ਪ੍ਰਭੂ ਤੂੰ ਮੇਰਾ ਮੈਂ ਤੇਰੀ, ਤੂੰ ਮੇਰਾ ਮੈਂ ਤੇਰੇ। ਪਰਮਾਤਮਾ ਕਹਿੰਦਾ ਮੇਰੀ ਆਤਮਾ ਮੈਂ ਸਰਵਸ਼੍ਰੇਸ਼ਟ ਗੁਣ ਵਾਲਾ ਹਾਂ। ਮੇਰਾ ਪਹਿਲਾ ਗੁਣ ਹੈ ਮੈਂ ਮਹਾਰਾਜ ਹਾਂ, ਜਦੇ ਜਦੇ ਸਮਾਇਆ ਹਾਂ। ਸ਼ੇਰ ਭੈ ਦੇਣ ਵਾਲਾ, ਸਿੰਘ ਸ਼ਕਤੀ, ਸਭ ਨੂੰ ਭੈ 'ਚ ਰੱਖਣ ਵਾਲੀ ਸਮਰੱਥ ਤਾਕਤਾਂ, ਵਿਸ਼ਨੂੰ ਬ੍ਰਹਮਾ ਸ਼ਿਵ, ਸਭ ਦਾ ਹੀ ਸਭ ਤੋਂ ਵੱਡਾ ਪ੍ਰਤਪਾਲਕ ਹਾਂ। ਮੈਂ ਹੀ ਭਗਵਾਨ ਹਾਂ ਔਰ ਮੈਂ ਹੀ ਜੈ ਹੈ ਮੇਰੀ। ਅਕਾਲ ਪੁਰਖ ਦੀ ਜੋ ਸਦਾ ਰਹਿਣ ਵਾਲਾ, ਉਸ ਦੀ ਜੈ ਜੋ ਜੰਮਦਾ ਮਰਦਾ ਨਹੀਂ। ਔਰ ਉਹ ਨਿਰਗੁਣ ਨਿਰੰਕਾਰ ਹੈ ਕੇਵਲ, ਜਿਹੜਾ ਸਦੀਵੀ ਰਹਿਣ ਵਾਲਾ। ਇਸ ਕਰਕੇ ਇਹ ਪੰਜਾਂ ਤੱਤਾਂ ਵਾਲੇ ਇਨਸਾਨੋਂ ਮੇਰਾ ਨਾਂ 5 ਵਾਰੀ 'ਤੇ ਆਇਓ। ਇਸ ਕਰਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹਰ 1311 ਅੰਗ 'ਤੇ ਹਰ 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 ਸਰ ਸੇਵਿਓ ਤਿਨ ਦਰਗੇ ਮਾਨ ਦਵਾਵੇਗੋ। ਇਹ ਪੰਜਾਂ ਤੱਤਾਂ ਵਾਲਿਓ ਜਿਹੜੇ ਉਸ ਪਰਮਾਤਮਾ ਦਾ ਨਾਮ ਸੇਵਦੇ ਆ, ਉਹਦੇ ਸੱਚਖੰਡ ਮਕਾਮੇ ਹੱਕ 'ਚ ਉਹਨਾਂ ਨੂੰ ਮਾਣ ਮਿਲਦਾ ਹੈ। ਕੱਲ੍ਹ ਆਪਾਂ ਸਿਫਰੇ ਬਾਰੇ ਸੋਚਿਆ ਔਰ ਉਹ ਬਾਣੀ ਪੜ੍ਹੀ। ਹਰ ਬਾਣੀ ਦੇ ਵਿੱਚੋਂ ਨੇਕ ਕਲੰਕ ਹਰ ਸ਼ਬਦ ਭੰਡਾਰ ਜਿਹੜਾ ਨੈੱਟ 'ਚ ਆ, ਉੱਥੋਂ ਤੁਸੀਂ ਵੇਖਿਆ ਅਤੇ ਉਹਦੇ ਵਿੱਚੋਂ ਇਹ ਬਾਣੀ ਲਈ ਗਈ ਸੀਗੀ ਕਿ ਜੀਰੋ ਤੋਂ ਜੀਰੋ ਦਾ ਸਫ਼ਰ ਸੀਗਾ। ਹੁਣ ਗੱਲ ਹੈ ਕਿ ਜੀਰੋ ਦੇ ਬਾਰੇ ਪਤਾ ਕਿਉਂ ਨਹੀਂ ਲੱਗਦਾ? ਇਸ ਕਰਕੇ ਕਿ ਇਹ ਏਕਾ ਦੂਆ ਬਣਦਾ ਹੈ, ਯਾਨੀ ਕਿ ਨਿਰਗੁਣ ਅਤੇ ਸਰਗੁਣ। ਇਹ ਸਰੀਰ ਜਦੋਂ ਚੱਲਦੇ ਨੇ, ਜੇ ਸਰੀਰ ਪੈਦਾ ਹੁੰਦਾ ਹੈ ਅਤੇ ਉਹਦੇ 'ਚ ਜਦੋਂ ਰੂਹ ਪੈਂਦੀ ਹੈ ਅਤੇ ਫਿਰ ਜਾ ਕੇ ਜਿਹੜਾ ਰੂਹ ਪੈ ਕੇ ਸਰੀਰ ਜਿਹੜਾ ਸੰਸਾਰ ਦੇ ਵਿੱਚ ਭੱਜਦਾ ਦੌੜਦਾ ਹੈ ਅਤੇ ਖੇਲ ਕਰਦਾ ਹੈ। ਇਸ ਤਰ੍ਹਾਂ ਹੀ ਸਾਰੀ ਰਚਨਾ ਹੀ ਇਸ ਤਰ੍ਹਾਂ ਘੁੰਮਦੀ ਹੈ, ਜਾਂਦੀ ਹੈ, ਕਿਉਂਕਿ ਉਹਦੇ 'ਚ ਨਿਰਗੁਣ ਸਰਗੁਣ ਦਾ ਖੇਲ ਹੁੰਦਾ ਹੈ। ਲੇਕਿਨ ਜਿਹੜਾ ਵੀ ਜਾਂਦਾ ਇਹ ਸਿਫਰ ਰੂਪ ਜਿਹੜਾ ਸਾਰਿਆਂ ਨੂੰ ਖਤਮ ਕਰ ਦਿੰਦਾ। ਨਿਰਗੁਣ ਸਰਗੁਣ ਜਿਹੜੇ ਸੰਸਾਰ ਦੇ ਵਿੱਚ ਜਦੋਂ ਸਰੀਰ ਖਤਮ ਹੋ ਗਿਆ, ਨਿਰਗੁਣ ਹੀ ਗਿਆ। ਨਾ ਮਨ ਦੀ ਗੱਲ ਰਹੀ, ਨਾ ਮਤ ਦੀ, ਨਾ ਬੁੱਧ ਦੀ, ਅਤੇ ਨਾ ਹੀ ਆਤਮਾ ਵੀ ਚਲੇ ਗਈ। ਤਾਂ ਫਿਰ ਸਦੀਵੀ ਰਹਿਣ ਵਾਲੀ ਕਿਹੜਾ ਹੈ? ਨੂਰ ਰੂਪ, ਫਿਰ ਜੀਰੋ ਰੂਪ ਦੇ ਵਿੱਚ ਚਲੇ ਗਿਆ। ਅਤੇ ਜਿੰਨਾ ਚਿਰ ਪੈਦਾ ਨਹੀਂ ਹੁੰਦਾ ਉਦੋਂ ਵੀ ਸਿਫਰਾ, ਅਤੇ ਜਦੋਂ ਫਿਰ ਰਿਹਾ, ਜਦੋਂ ਖਤਮ ਹੋ ਗਿਆ ਉਦੋਂ ਵੀ ਜੀਰੋ। ਤਾਂ ਫਿਰ ਜਿਹੜਾ ਸਿਫਰ ਦੇ ਵਿੱਚ ਹੀ ਸਾਰੀ ਵੱਡੀ ਹੈ, ਜਿਹੜਾ ਸਾਰਿਆਂ ਨੂੰ ਖਤਮ ਕਰ ਦਿੰਦੀ ਹੈ। ਆਪਾਂ ਕੱਲ੍ਹ ਸੁਣਿਆ ਸੀਗਾ, ਲੇਕਿਨ ਇਹਦਾ ਪਤਾ ਕਿਉਂ ਨਹੀਂ ਲੱਗਾ? ਕਿਉਂਕਿ ਜਿਹੜਾ ਇੱਥੇ ਪੈਦਾ ਹੋਇਆ ਨਿਰਗੁਣ ਸਰਗੁਣ ਬਣਿਆ, ਜਿਹਦੇ ਵਿੱਚ ਮੋਮਬੱਤੀ ਜਗਾਈ ਗਈ ਆਪਣੀ ਜੋਤ ਦੇ ਵਿੱਚੋਂ, ਔਰ ਉਹੋ ਹੀ ਮੋਮਬੱਤੀ ਮੁੜ ਕੇ ਬੁਝਾ ਦਿੰਦਾ ਅਤੇ ਸਰੀਰ ਛੁੱਟ ਜਾਂਦਾ। ਹੁਣ ਉਸ ਮੋਮਬੱਤੀ ਦੇ ਵਿੱਚ ਜਿਹੜਾ ਸਾਰਾ ਕਹਾਣੀ ਹੈ, ਤਾਂ ਫਿਰ ਹੁਣ ਜਿਹੜਾ ਗਿਆ ਉਹ ਵਾਪਸ ਤਾਂ ਆਇਆ ਨਹੀਂ। ਜਿੰਨਾ ਚਿਰ ਜਾ ਕੇ ਵਾਪਸ ਨਹੀਂ ਆਉਂਦਾ, ਦੁਬਾਰਾ ਨਹੀਂ ਆਉਂਦਾ, ਫਿਰ ਉਹ ਜਾ ਕੇ ਸੰਸਾਰ ਨੂੰ ਦੱਸੇ ਵੀ ਮੈਂ ਉਸੇ ਬੋਲੀ 'ਚ, ਉਸੇ ਭਾਸ਼ਾ 'ਚ ਬੋਲੇ, ਅਤੇ ਫਿਰ ਆ ਕੇ ਪਤਾ ਲੱਗਦਾ ਕਿ ਉਹ ਆ ਗਿਆ। ਲੇਕਿਨ ਆਵੇ ਕੌਣ? ਜਿਹੜਾ ਜੋ ਸਰੂਪੀ ਆ। ਦੂਜੇ ਨੇ ਕੀ ਕਰਨਾ? ਉਹ ਕਥ ਕਹਾਣੀਆਂ ਨਹੀਂ ਦੱਸ ਸਕਦਾ। ਉਹ ਨਾ ਕੋਈ ਕੁਛ ਕਹਾਣੀ ਹੈ, ਉਹ ਜੁਗਾਂ ਜਗੰਤਰਾਂ ਸਾਰਿਆਂ ਚੀਜ਼ਾਂ ਦੀ ਜਿਹੜੀ ਵਿਥਿਆ ਕੱਢੇ, ਜਿਹੜਾ ਦੁਬਾਰਾ ਆਵੇ ਫਿਰ ਹੀ ਪਤਾ ਲੱਗੇ ਨਾ ਏਕੇ ਦਾ। ਉਹ ਆਂਦਾ ਕਿ ਮੇਰੇ ਤੋਂ ਫਿਰ ਸੱਚਖੰਡ ਤੋਂ ਕਿਸ ਤਰ੍ਹਾਂ ਮੈਂ ਆਣ ਕੇ ਸਿਫਰਾ ਏਕਾ ਬਣਿਆ। ਸਿਫਰ ਕਹਿ ਸੱਚ ਸੰਦੇਸ਼। ਆਂਦਾ ਮੈਂ ਤੁਹਾਨੂੰ ਸੱਚਾ ਸੰਦੇਸ਼ ਦਿੰਦਾ ਹੈ। ਸੱਤ ਸੱਤ ਜਣਾਈ ਆ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ। ਸਿਫਰਾ ਕਹਿੰਦਾ ਹੈ ਸਿਫਰਿਓਂ ਬਣੇ ਏਕਾ ਏਕ। ਸਿਫਰਿਓਂ ਤੋਂ ਕੀ ਬਣ ਗਿਆ? ਏਕਾ ਏਕ ਬਣਿਆ। ਏਕਮਕਾਰ ਬੇਪਰਵਾਹੀ ਆ। ਹਾਂ, ਜਿਹੜਾ ਏਕਮਕਾਰ ਆ ਫਿਰ ਉਹ ਬਣਿਆ ਉਹਦੇ ਵਿੱਚ ਸਿਫਰੇ ਤੋਂ। ਸਿਫਰਾ ਕਹਿ ਸੱਚ ਸੰਦੇਸ਼, ਸੱਤ ਸੱਤ ਜਣਾਈ ਆ। ਸਿਫਰਿਓਂ ਬਣਿਆ ਏਕਾ ਏਕ, ਏਕਮਕਾਰ ਬੇਪਰਵਾਹੀ ਆ। ਹੁਣ ਏਕਮਕਾਰ ਕੀ? ਏਕਮਕਾਰ ਅਗੰਮੀ ਟੇਕ। ਸ਼ਾਹ ਪਾਤਸ਼ਾਹ ਆਪ ਸਮਝਾਈ ਆ, ਜਿਹਦੀ ਸਾਰਿਆਂ ਦੀ ਟੇਕ ਕਿਹਦੇ 'ਤੇ ਰਹਿ ਗਈ? ਏਕਮਕਾਰ 'ਤੇ। ਆਂਦਾ ਜਿਹੜਾ ਏਕਮਕਾਰ ਬਣਿਆ ਉਹ ਫਿਰ ਉਹ 'ਚ ਅਗੰਮੀ ਟੇਕ ਸਾਹ ਪਾਤਸ਼ਾਹ ਆਪ ਸਮਝਾਈ ਆ। ਏਕਾ ਲਿਖੇ ਆਪਣਾ ਲੇਖ। ਆਂਦਾ ਫਿਰ ਸਾਰਾ ਲੇਖ ਕਿਹੜਾ? ਇੱਕ ਬਾਰੇ ਹੀ ਸਾਰਿਆਂ ਨੂੰ ਲਿਖਾਇਆ। ਲਿਖਤ ਸਮਝ ਸਕੇ ਨਾਲ ਕੋਈ ਰਾਹੀ ਆ। ਵੀ ਆਂਦਾ ਵੀ ਇਹ ਲਿਖਤ ਏਕਾ ਅਤੇ ਲੇਖ ਲਿਖਤਾ ਮੈਂ ਦੁਨੀਆ 'ਚ ਆ ਕੇ ਜਦੋਂ ਜੜਾਈ ਕਰਾ ਦਿੰਦਾ ਏਕਾ ਰੂਪ, ਫਿਰ ਇਹ ਲਿਖਤ ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਏਕਾ ਬਣਿਆ ਕਿੱਥੋਂ। ਆਂਦਾ ਮੈਂ ਖੁਦ ਤੋਂ ਖੁਦ ਬਣਿਆ, ਮੈਂ ਉਹ ਆ ਗਿਆ ਖੁਦ ਤੋਂ ਖੁਦ ਬਣਿਆ। ਫਿਰ ਮੈਂ ਏਕਾ ਬਣਾਇਆ। ਏਕਾ ਦੇ ਅਗੰਮੀ ਟੇਕ ਰੱਖੀ। ਸਾਹ ਪਾਤਸ਼ਾਹ ਆਪ ਦੱਸ ਰਿਹਾ ਇਹ ਏਕਾ ਉਹ ਸਾਰਿਆਂ ਦਾ ਸ਼ਾਹ ਬਣਿਆ। ਫਿਰ ਏਕਾ ਲਿਖੇ ਆਪਣਾ ਲੇਖ। ਲੇਖਾ ਲਿਖਤ ਸਮਝ ਕਿਸੇ ਨਾ ਕੋਈ ਰਾਹੀ ਆ, ਭੋਰਾ ਵੀ ਨਹੀਂ। ਨਰਵੈਰ ਹੋ ਕੇ ਧਾਰੇ ਪੇਖ। ਆਂਦਾ ਫਿਰ ਮੈਂ ਭੇਖ ਧਾਰ ਦਿੰਦਾ ਗੁਰੂ ਅਵਤਾਰਾਂ ਪੈਗੰਬਰਾਂ ਦਾ। ਅਨੁਭਵ ਪ੍ਰਕਾਸ਼ ਕਰਾਈ ਆ। ਫਿਰ ਆਂਦਾ ਵੀ ਉਹ ਨਰਵੈਰ ਹੋ ਕੇ ਏਕਾ ਜਿਹੜਾ ਏਕਮਕਾਰ ਆ, ਫਿਰ ਭੇਖ ਧਾਰ ਲੈਂਦਾ, ਸਰੀਰ ਵੋਇਸ ਬਦਲ ਦਿੰਦਾ, ਉਹਨਾਂ 'ਚ ਉਤਰ ਆਉਂਦਾ। ਅਨੁਭਵ ਪ੍ਰਕਾਸ਼ ਕਰਾਈ ਆ। ਫਿਰ ਪ੍ਰਕਾਸ਼ ਉਹਦੇ ਵਿੱਚ ਕਰ ਦਿੰਦਾ। ਸਰਗੁਣ ਬਖਸ਼ੇ ਸਾਚੀ ਟੇਕ। ਆਂਦਾ ਇੱਕ ਤੋਂ ਫਿਰ ਕੀ ਬਣਦਾ? ਦੂਆ।
ਸਰੀਰ ਦੇ ਵਿੱਚ ਫਿਰ ਉਹ ਜਿਹੜਾ ਸਰੀਰ ਆ ਉਹ ਫਿਰ ਸਾਚੀ ਟੇਕ ਉਹਨੂੰ ਬਖਸ਼ ਦੇਣਾ ਪ੍ਰਕਾਸ਼ ਕਰਕੇ, ਮਿਹਰ ਨਜ਼ਰ ਉਠਾਈ ਆ। ਫਿਰ ਉਹ ਆਂਦਾ ਜਦੋਂ ਸਰਗੁਣ ਬਣ ਗਿਆ, ਸਰਗੁਣ ਕਹੇ ਮੈਂ ਏਕਾ ਜਾਤ, ਆਂਦਾ ਇੱਕ ਤੋਂ ਹੀ ਮੈਂ ਬਣਿਆ। ਦੂਆ ਨਾਉ ਜਗਤ ਵਡਿਆਈ ਆ, ਮੈਨੂੰ ਫਿਰ ਦੋ ਕਰਕੇ ਸਰਗੁਣ ਕਰਕੇ ਜਾਣਿਆ ਗਿਆ। ਏਕਾ ਕਹਿ ਮੈਂ ਪੁਰਖ ਸਮਰਾਟ, ਆਂਦਾ ਏਕਾ ਕਹਿ ਮੈਂ, ਜਦੋਂ ਏਕਾ ਫਿਰ ਉਹਨੂੰ ਦੱਸਦਾ ਆ, ਜਦੋਂ ਸਰੀਰ ਲੈਂਦਾ, ਜਿਹੜੀ ਜੋਤ ਰੱਖਦਾ ਪ੍ਰਕਾਸ਼ ਕਰ ਦਿੰਦਾ, ਉਹ ਫਿਰ ਕਹਿੰਦਾ ਮੈਂ ਪੁਰਖ ਸਮਰਾਟ ਸੀ, ਮੈਂ ਹੀ ਸਭ ਕੁਝ ਆ। ਦੂਜੀ ਕੁਦਰਤ ਨਾਲ ਲਾਈ ਆ, ਫਿਰ ਮੈਂ ਆਂਦਾ ਵੀ ਦੂਜੀ ਮੇਰੇ ਨਾਲ ਕੁਦਰਤ ਆ। ਕੁਦਰਤ ਕਹਿ ਮੇਰਾ ਰਘੁਨਾਥ, ਰਹਿਬਰ ਨਜ਼ਰ ਕਿਸੇ ਨਾ ਆਈ ਆ। ਕੁਦਰਤ ਕਹਿੰਦੀ ਮੇਰਾ ਰਘੁਨਾਥ ਆ, ਜਿਹੜਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਨਜ਼ਰ ਨਹੀਂ ਆਉਂਦਾ। ਰਹਿਬਰ ਕਹਿ ਮੇਰਾ ਸਗਲਾ ਸਾਥ, ਰਹਿਬਰ ਕਹਿੰਦਾ ਮੇਰਾ ਸਰੀਰ ਨਾਲ ਸੰਬੰਧ ਆ, ਸਗਲੇ ਨਾਲ ਸੰਬੰਧ ਆ, ਜਿਹੜੀ ਬਣਦੀ ਆ ਸੰਸਾਰ 'ਚ ਸਾਚਾ ਸੰਗ ਨਿਭਾਈ ਆ। ਸਰਗੁਣ ਕਹਿ ਮੇਰੀ ਨਿਰਗੁਣ ਗਾਤ, ਨਿਰਗੁਣ ਕਹਿ ਮੇਰਾ ਸਰਗੁਣ ਸੱਚ ਪੜ੍ਹਾਈ ਆ। ਸਿਫਰਾ ਕਹਿ ਮੈਂ ਦੇਵਾਂ ਦਾਤ, ਆਂਦਾ ਵੀ ਮੈਂ ਸਰਗੁਣ ਤੇ ਨਿਰਗੁਣ ਦੀ ਦਾਤ ਫਿਰ ਬਖਸ਼ਿਸ਼ ਕਰਦਾ। ਸਿਫਰਾ ਕਹਿੰਦਾ ਵਸਤ ਮੋਲਕ ਆਪ ਵਰਤਾਈ ਆ। ਸਰਗੁਣ ਕਹਿ ਮੈਂ ਗਾਵਾਂ ਗਾਤ, ਢੋਲਾ ਰਾਗ ਲਾਈ ਆ। ਆਂਦਾ ਜਦੋਂ ਸਰੀਰ ਮਿਲ ਜਾਂਦਾ ਫਿਰ ਢੋਲੇ ਗਾਉਂਦੇ ਆ। ਨਿਰਗੁਣ ਕਹਿ ਮੈਂ ਬੰਧਾ ਨਾਤ, ਆਂਦਾ ਫਿਰ ਨਿਰਗੁਣ ਕਹਿੰਦਾ ਮੈਂ ਨਾਤਾ ਬੰਨ੍ਹ ਲੈਂਦਾ ਉਹਦੇ ਨਾਲ, ਨਾਤਾ ਆਪਣੇ ਨਾਲ ਜਿਹੜਾ ਹੀ ਆ, ਆਂਦਾ ਮੈਂ ਆਪਣੇ ਨਾਲ ਜੋੜ ਲੈਂਦਾ ਸਰਗੁਣ ਨੂੰ। ਸਿਫਰਾ ਕਹਿ ਮੈਂ ਪੂਰੀ ਕਰਾਂ ਆਸ, ਆਸ਼ਾ ਆਸ਼ਾ ਨਾਲ ਮਲਾਈ ਆ। ਨਿਰਗੁਣ ਸੁਰਗੁਣ ਦੋਨੇ ਰਹਿ ਪੁੱਛ, ਸਿਫਰੇ ਕੀ ਤੇਰੀ ਵਡਿਆਈ ਆ, ਤੇਰੇ ਕੋਲ ਨਹੀਂ ਕੁਛ, ਵਸਤ ਨਜ਼ਰ ਕੋਈ ਨਾ ਆਈ ਆ। ਆਂਦਾ ਵੀ ਸਾਨੂੰ ਤਾਂ ਨਜ਼ਰ ਹੀ ਨਹੀਂ ਆਉਂਦੀ ਤੇਰੀ ਵਸਤ, ਕੀ ਤੇਰੀ ਸਿਫਤ ਆ। ਤੇਰੇ ਅੰਤਰ ਖੁਸ਼ੀ ਰਹੇ ਲੁੱਕ, ਤੇਰੇ ਅੰਤਰ ਅਸੀਂ ਰਹਿ ਲੁੱਕ। ਆਂਦਾ ਜਿੰਨੇ ਅਸੀਂ ਅਵਤਾਰ ਪੈਗੰਬਰ ਗੁਰੂ ਜੋ ਵੀ ਸਾਰੇ ਆਉਂਦੇ ਆ, ਨਿਰਗੁਣ ਸਰਗੁਣ ਸਰੀਰ ਲੈਂਦੇ ਆ, ਜਿਤਨੀ ਵੀ ਜਿਹੜੀ ਬਣਦੀ ਆ 84 ਲੱਖ ਜੂਨ ਜਾਂ ਗੁਰੂ ਅਵਤਾਰ ਪੈਗੰਬਰ, ਇਹ ਸਾਰਿਆਂ ਦੇ ਤੇਰੇ ਅੰਤਰ ਅਸੀਂ ਰਹਿ ਲੁੱਕ। ਪੜਦਾ ਇੱਕੋ ਓਡਣ ਪਾਈ ਆ, ਆਂਦਾ ਸਾਰਿਆਂ ਦੇ ਇੱਕੋ ਹੀ ਤੇਰਾ ਪੜਦਾ ਹੀ ਗਾੜੀ ਪਿਆ। ਇਹ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ, ਏਕਾ ਦੇਣਾ ਸਾਚਾ ਸੱਚ ਸੱਚ ਸਮਝਾਈਆ। ਸਿਫਰਾ ਕਹਿ ਮੇਰਾ ਨਿਰਗੁਣ ਰੂਪ, ਸਿਫਰਿਓਂ ਏਕਾ ਰੂਪ ਵਟਾਏਂਦਾ। ਸਿਫਰਿਓਂ ਕੀ ਕਰਦਾ, ਜਦੋਂ ਮੇਰਾ ਨਿਰਗੁਣ ਰੂਪ ਬਣਦਾ ਤੇ ਸਿਫਰਿਓਂ ਫਿਰ ਇੱਕ ਰੂਪ ਵਟਾਉਣਾ। ਏਕਾ ਕਹਿ ਮੇਰਾ ਸਰਗੁਣ ਸੂਤ, ਉਹ ਫਿਰ ਨਿਰਗੁਣ ਕਹਿੰਦਾ ਏਕਾ ਵੀ ਮੇਰਾ ਤੇ ਸਰਗੁਣ ਸੂਤ ਆ, ਉੱਦਾਂ ਮੇਰੀ ਕਹਾਣੀ ਨਹੀਂ ਬਣਦੀ। ਜਿਹੜਾ ਸਰੀਰ ਬਣਦਾ ਉਹਦੇ ਨਾਲ ਮੇਰਾ ਕੰਮ ਹੁੰਦਾ। ਤਾਣਾ ਪੇਟਾ ਇੱਕ ਵਿਖਾਏਂਦਾ, ਆ ਜਿਹੜੇ ਪੰਜ ਤੱਤ ਅੱਗ ਪਾਣੀ ਹਵਾ ਮਿੱਟੀ ਜੋਤ ਤਾਂ ਫਿਰ ਬਣ ਜਾਂਦੀ ਆ। ਨਾਤਾ ਜੋੜ ਪੰਜ ਤੱਤ ਕਲਬੂਤ, ਕਾਇਆ ਕੱਪੜ ਡੇਰਾ ਲਾਏਂਦਾ। ਆਂਦੇ ਫਿਰ ਕਾਇਆ ਕੱਪੜ 'ਚ ਮੈਂ ਏਕਾ ਕਹਿੰਦਾ, ਏਕ ਓਂਕਾਰ ਕਹਿੰਦਾ, ਫਿਰ ਮੈਂ ਇਹਨਾਂ ਦੇ ਵਿੱਚ ਆਉਣਾ। ਨੌ ਪ੍ਰਗਟਾ ਪੰਜ ਭੂਤ, ਆਂਦਾ ਫਿਰ ਇੱਥੇ ਮੈਂ ਨਾਂ ਰੱਖ ਦਿੰਦਾ, ਜਿਹੜੀ ਚੀਜ਼ ਦੀ ਰਚਨਾ ਕਰਦਾ ਉਹਦਾ ਨਾਂ ਰੱਖ ਦਿੰਦਾ। ਭੇਵ ਭੇਦ ਆਪਸ ਪਾਏਂਦਾ, ਲੱਖ 84 ਚਾਰ ਕੁੰਟ ਦਹਿ ਦਿਸ਼ਾ ਵੰਡ ਵੰਡਾਏ ਦਾ। ਨਾਤਾ ਜੋੜ ਚਾਰੇ ਕੁੰਟ ਲੱਖ 84 ਦੇ ਦਹਿ ਦਿਸ਼ਾ ਵੰਡ ਪਾ ਦਿੰਦਾ ਉਹਨਾਂ ਦੀ। ਨਾਤਾ ਜੋੜ ਝੂਠ ਝੂਠ ਊੜੀ ਕਿਰਿਆ ਡੰਗ ਪਵਾਏਂਦਾ। ਆਂਦਾ ਫਿਰ ਮੈਂ ਕੀ ਕਰਦਾ, ਜਦੋਂ ਸਰਗੁਣ ਦੇ ਵਿੱਚ ਖੇਲ ਕਰਦਾ ਫਿਰ ਉਹਨਾਂ ਦਾ ਝੂਠ ਝੂਠ ਨਾਲ ਨਾਤਾ ਜੋੜ ਦੇਣਾ, ਜਾਣੀ ਕਿ ਸਰੀਰ ਖਤਮ ਹੋਣ ਵਾਲੇ ਸਾਰੇ ਅਤੇ ਇਹਨਾਂ ਨੂੰ ਹੀ ਜਿਹੜੀ ਵਾਸ਼ਨਾਵਾਂ ਨਾਲ ਬਣੇ ਅਤੇ ਵਾਸ਼ਨਾ ਨਾਲ ਪੈਦਾ ਕਰੀ ਜਾਂਦੇ ਨੇ, ਅਤੇ ਫਿਰ ਗਾਂ ਪੈਦਾ ਫਿਰ ਪੁੱਤ ਪੋਤਰੇ ਸਾਰੇ ਜਿਹੜੇ ਇਸ ਗਰਭ ਦੇ ਵਿੱਚ ਇਹਦੇ ਡਾਹ ਦਿੰਦੇ ਆ। ਇਹ ਝੂਠ ਦੇ ਨਾਤੇ ਨਾਲ ਮੈਂ ਜੋੜ ਦਿੰਦਾ। ਨਿਰਗੁਣ ਸੁਰਗੁਣ ਹੋ ਕੇ ਦੇਵਾਂ ਸੱਚ ਸਬੂਤ, ਆਂਦਾ ਫਿਰ ਮੈਂ ਨਿਰਗੁਣ ਸੁਰਗੁਣ ਹੋ ਕੇ ਸੱਚ ਸਬੂਤ ਦੇਣਾ। ਜਦੋਂ ਮੈਂ ਗੁਰੂ ਅਵਤਾਰਾਂ ਪੈਗੰਬਰਾਂ ਦੇ ਰੂਪ ਹੁੰਦਾ, ਫਿਰ ਮੈਂ ਸਰਗੁਣ ਹੋ ਕੇ ਸੱਚਾ ਸਬੂਤ ਦੇਣਾ। ਜਿੱਦਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ 'ਚ ਇਹ ਗੱਲ ਦੱਸੀ ਕਿ ਕਿੱਦਾਂ ਇੱਕ ਸਰੀਰ 'ਚੋਂ ਜਿਹੜੀ ਧੁਰੋਂ ਆਈ ਦਾਤ ਆ, ਉਹ ਜੋਤ ਮੈਂ ਜਦੋਂ ਭਾਈ ਲਹਿਣਾ 'ਚ ਰੱਖਤੀ ਅਤੇ ਉਹ ਕਿੱਦਾਂ ਅੰਗੀਕਾਰ ਕਰਕੇ ਸਾਹਿਬ ਗੁਰੂ ਅੰਗਦ ਦੇਵ ਜੀ ਬਣ ਗਏ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜਿਹੜੀ ਉਹਨਾਂ 'ਚ ਰੱਖੀ, ਸਾਹਿਬ ਗੁਰੂ ਅੰਗਦ ਦੇਵ ਜੀ ਬਣ ਗਏ। ਇਹ 10 ਗੁਰੂ ਸਾਹਿਬ ਤੱਕ ਦਿੱਤੀ। ਨਿਰਗੁਣ ਸਰਗੁਣ ਹੋ ਕੇ ਦੇਵਾਂ ਸੱਚ ਸਬੂਤ, ਰੂਪ ਅਨੂਪ ਇੱਕ ਤਰ੍ਹਾਂ ਆਂਦਾ। ਆਂਦਾ ਫਿਰ ਮੈਂ ਸਬੂਤ ਦਿੱਤਾ। ਅੰਨਾ ਨਿਰਗੁਣ ਸਰਗੁਣ ਦੱਸੇ ਆਪ ਆਪਣਾ ਭੇਵ ਛਕਾਇਆ, ਨਾ ਕੋਈ ਮਾਈ ਨਾ ਕੋਈ ਬਾਪ ਪਿਤਾ ਪੂਤ ਨਾ ਗੋਦ ਉਠਾਈਆ, ਨਾ ਕੋਈ ਸੱਜਣ ਨਾ ਕੋਈ ਸਾਖ, ਬੰਧਵ ਨਜ਼ਰ ਕੋਈ ਨਾ ਆਈਆ, ਨਾ ਕੋਈ ਮਜ਼ਹਬ। ਨਿਰਗੁਣ ਫਿਰ ਸਰਗੁਣ ਨੂੰ ਕਹਿੰਦਾ ਵੀ ਆਂਦਾ ਇਹ 'ਚ ਮੇਰੀਆਂ ਚੀਜ਼ਾਂ ਹੀ ਨਹੀਂ ਹੈਗੀਆਂ, ਨਾ ਕੋਈ ਮਜ਼ਹਬ ਨਾ ਕੋਈ ਜਾਤ ਨਾ ਦੀਨ ਸ਼ਰਾ ਨਾ ਕੋਈ ਵਿਖਾਈਆ, ਨਾ ਕੋਈ ਪੱਤਣ ਨਾ ਕੋਈ ਕਾੜ ਕਿਨਾਰਾ, ਨਜ਼ਰ ਨਾ ਕੋਈ ਟਕਾਈਆ, ਨਾ ਕੋਈ ਪਾਂਧੀ ਨਾ ਕੋਈ ਵਾਟ, ਨਾ ਕੋਈ ਪੈਂਡਾ ਰਿਹਾ ਮਕਾਈਆ, ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਦ ਨਾ ਕੋਈ ਚਮਕਾਈਆ, ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਸਿਫਤ ਕਰੇ ਪੜ੍ਹਾਈਆ, ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਨਾ ਕੋਈ ਨਹਾਈਆ। ਫਿਰ ਨਿਰਗੁਣ ਸਰਗੁਣ ਨੂੰ ਦੱਸਦਾ ਵੀ ਮੇਰਾ ਹਾਲ ਇਹੋ ਜਿਹਾ ਹੀ ਜਿਹੜਾ ਮੈਂ ਅੰਦਰ ਤੇਰੇ ਰੱਖਿਆ।
सिफरा कह मेरा खेल अपारा सच सच वड्याई आ सिफर होया निर्गुण तारा सिफर मेरा की बन गया निर्गुण तारा निर्गुण एका एक अखवाई आ निर्गुण एक एक अखवाई आ फिर मैं एक मकार फिर बनया एक एक दा कर पछारा एक मकार दा फिर पछारा किया एक तो ओंकार सारी ये रचना की एक 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 दा कर पसारा फसल पसारी वेस वटाईया लख 84 लाख आड़ा गोपी कान नचाईया चार जुग दा जगत बिहारा गुर अवतार वंड वंडाईया पीर पगंबरा दे सहारा सगला संग नवाईया नागनाद बोल जगारा शब्दी शब्द शब्द सुनवाईया साजुग त्रेता द्वापर कालयुग वेख्या वारो वारा निर्गुण सरगुण नौ प्रगटाई है आंदा निर्गुण सरगुण हो के अपना नां संसार च रख दिता भी हुण आ अवतार ने आ गुरु ने आ पैगंबर ने उन्होंने नां रख दिते जो सनक सनंदन सनातन कुमार जी उन्हों का नां रखा फिर आंदा मैं निर्गुण सरगुण खेल कर ली फिर बरा इदा 24 अवतार 23 अवतारां दा फिर 3 पैगंबर हजरत ईसा जी हजरत मूसा जी हजरत मुहम्मद साहब जी पहला 18 अवतार सतयुग दे फिर 2 अवतार द्वापर दे ते 2 जिहड़े है पहला त्रेता दे फिर एक महात्मा बुद्ध जी ते फिर 10 गुरु साहिबान आंदा मैं 9 तराउंदा रहा ते फिर की करदा रहा कागद निर्गुण सरगुण 9 प्रगटाई अपना प्रगट किया कागद कलम शाही लेखा लिख लिख दिता संसारा मां सारथी फेरा पाईया 5 तत्त वड्याई गुर अवतारा बिन तत्त गुर धारना कोई जनाई तत्तां तो बिना किदां वो शब्द आ जिहड़ा कोई रूप रंग रेख नहीं आंदा ये फिर किसी नूं कोई जनाई नहीं हुंदी सारे शरीर की पूजा करन लग पैंदे आ जिहड़ा शब्द रखिया गया जोत रखी गई उहदा पुजारी नहीं रह जांदा ते शरीरां दा पुजारी बन जांदा ज्योति जो स्वरूप अपनी कृपा साचा लेखा रहा समझाइया सिफरा निर्गुण होया आप अपनी दया कमाईया निर्गुण होके सरगुण थापण थाप रीति जगत चलाईया जगत रीति अजप्पा जाप आत्म परमात्मा करे पढ़ाईया ज्योति जो स्वरूप पर आप अपनी कृपा कर अपना पर्दा रिया उठाईया निर्गुण तो सरगुण होया लोकमात वजी वधाई वधाईया आद जुगादी नवा नरोया गुर सतगुर फेरा पाईया तुरदरगाई लैके आवे आए आवे ढोआ हरी हर नाम करे पढ़ाईया चौथा जुग ना रहे सोया सुरती शब्दी खेल खलाईया ज्योति जो स्वरूप हर आप अपनी कृपा कर सिफरा अपनी दसे सच वड्याई आंदा सिफरा कह मेरी वड्याई वड वड्डी खोर भेव कोई ना पाई आंदा लालच करने वाले वड्डी वाले मेरा की किदां भेद पाउणगे अपनी धार करके अड आंदा जेड़े दुनिया तो पैसे ही लेंदे रब दे नां ते उहदी माया इकट्ठी करदे आ आंदा वड्डी खोर बन जांदे रब दे नां दे वो मेरा भेद किदां दसणगे अपनी धार करके अड निर्गुण निराकार नूर रचनाईया 5 तत्त काया माटी नाता जोड़ हड रत्ती रत आप मैकाईया अंतम सरगुण संसार गया छड निर्गुण संग निभाईया फिर शरीर छड़ जाता फिर निर्गुण ना जुड़दा आत्मा जिहड़ी निर्गुण करके पार हद इस तरह गुरु पीर पैगंबर जोत आ तो फिर वो ज्योति जो समा जाते निर्गुण करके पार हद घर साचे डेरा लाईया अंदर वड़ के गाए छंद साचा राग लाईया सिफत सलाई 32 दंद बेपरवाही वेख विखाईया वो आंदा साचा सिवरा दसे हाल हालत अपनी रिया जनाईया आंदा भी मैं दसदा 20 बीसे खेल महान महिमा गणत गणी ना जाईया आंदा 2 सरगुण निगुण जाते आ तो फिर सिफरे ना जुड़ के निर्गुण सरगुण एका दूआ होया बहाल सिफत 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 सिफर सिफर अपना अंक बनाई आंदा फिर वो सिफत सिफत भी आ वो सिफरा सिफरा बन जाती है सिफरा कह मेरी सिफत अथा हथ किसे ना आई आ जगद जुग चौंकड़ी बनया ना कोई गवाह आंदा मेरा कोई गवाही नहीं भर सकिया शहादत सच ना कोई भगताई है निर्गुण सरगुण दोवें मंगते रहे दुआ सजदा सीस चुकाईया रफ्ता रफ्ता आस्ता आस्ता जुग चौंकड़ी नाम देंदे रहे बदला
ਬਦੌਲਤ ਇੱਕੋ ਬੇਪਰਵਾਹੀਆ ਨਿਰਗੁਣ ਹੋ ਕੇ ਸਰਗੁਣ ਤੇ ਸਰਗੁਣ ਹੋ ਕੇ ਸਿਫਰੇ ਵਿੱਚ ਗਿਆ ਸਮਾ ਹਸਤੀ ਕੋਈ ਰਹਿਣ ਨਾ ਪਾਈਆ ਸਿਫਰਾ ਹੋ ਕੇ ਕਿਸੇ ਆ ਨਾ ਦੱਸਿਆ ਮੈਂ ਤੁਹਾਡਾ ਖੁਦਾ ਆਂਦਾ ਕੋਈ ਆਣ ਕੇ ਨਿਰਗੁਣ ਤਾਂ ਬਣ ਗਏ ਏਕਮਕਾਰ ਬਣ ਗਏ ਆਂਦਾ ਮੁੜ ਕੇ ਵਾਪਸ ਆ ਕੇ ਦੱਸ ਹੀ ਨਹੀਂ ਸਕੇ ਕਿਉਂਕਿ ਕੋਈ ਜਾ ਕੇ ਵਾਪਸ ਆਇਆ ਨਹੀਂ ਤੇ ਮੇਰੇ ਸਿਫਰੇ ਬਾਰੇ ਕੌਣ ਦੱਸੇ ਸਰਗੁਣ ਹੋ ਕੇ ਸਿਫਰੇ ਵਿੱਚ ਗਿਆ ਸਮਾ ਨਿਰਗੁਣ ਤੋਂ ਸਰਗੁਣ ਬਣੇ ਸਰਗੁਣ ਤੋਂ ਹਸਤੀ ਕੋਈ ਰਹਿਣ ਨਾ ਪਾਈਆ ਸਿਫਰਾ ਹੋ ਕੇ ਕਿਸੇ ਆ ਨਾ ਦੱਸਿਆ ਮੈਂ ਤੁਹਾਡਾ ਖੁਦਾ ਖੁਦ ਆਪਣਾ ਫੇਰਾ ਪਾਈਆ ਤੁਸੀਂ ਮੇਰੇ ਮੈਂ ਤੁਹਾਡੇ ਨਾਲੋਂ ਨਾ ਹੋਵਾਂ ਜਦਾ ਜੋ ਜਵੰਡ ਨਾ ਕੋਈ ਵੰਡਾਈਆ ਸਿਫਰ ਸਿਫਰ ਦਾ ਕੋਈ ਇੱਕੋ ਰਾਹ ਸਿਫਰਾ ਸਭ ਦੇ ਬਣੇ ਮਲਾ ਬੇੜਾ ਸਭ ਦਾ ਪਾਰ ਲਗਾਈਆ ਬਿਨ ਸਿਫਰੇ ਇੱਕ ਇਕੱਲਾ ਇੱਕੋ ਰੋਵੇ ਮਾਰੇ ਤਾਂ ਅੱਗੇ ਸੁਣੇ ਨਾ ਕੋਈ ਵਡਿਆਈ ਆ ਸਿਫਰਾ ਰੂਪ ਸੱਚ ਰਹਾਇਸ ਸੱਚ ਮਕਾਨ ਜਨਾਈਆ ਸਿਫਰਾ ਨਾ ਜਨਮੇ ਨਾ ਲਏ ਪਦੈਸ ਨਜ਼ਰ ਕਿਸੇ ਨਾ ਆਇੰਦਾ ਸਿਫਰਾ ਮਕਾਨ ਲਾ ਮਕਾਮ ਜਿਸ ਦੀ ਕੋਈ ਨਾ ਕਰੇ ਪਮੈਸ਼ ਪਮਾਨਾ ਹੱਥ ਨਾ ਆਈਆ ਸਿਫਰੇ ਦੀ ਮੰਨਦੇ ਰਹਿ ਹਦਾਇਤ ਹੁਕਮੇ ਅੰਦਰ ਹੁਕਮ ਚਲਾਈਆ ਜੇ ਕੋਈ ਲੱਭਣ ਜਾਏ ਰਹਿਸ਼ ਨਜ਼ਰ ਕਿਸੇ ਨਾ ਆਈਆ ਆਪਣੇ ਅੰਦਰ ਆਪਣੇ ਮੰਦਰ ਆਪਣੀ ਧਾਰ ਆਪਣੇ ਪਿਆਰ ਆਪਣੇ ਵਿਆਰ ਵਿੱਚ ਕਰੇ ਐਸ਼ ਆਰਾਮਗਾ ਆਪਣਾ ਆਪ ਬਣਾਈਆ ਨਿਰਗੁਣ ਸਰਗੁਣ ਦੂਆ ਧਾਰ ਦੂਆ ਸਿਫਰਾ ਰੂਪ ਸਮਾਈਆ ਸਿਫਰ ਕਰੇ ਮੇਰਾ ਖੇਲ ਪਾਰ ਭੇਵ ਕੋਏ ਨਾ ਪਾਈਆ ਦੂਆ ਕਹਿ ਮੈਂ ਵੇਖਣਾ ਨਿਰਗੁਣ ਸਰਗੁਣ ਕਰ ਰਚਨਾਈਆ ਸਿਫਰ ਕਹਿ ਮੇਰਾ ਅੰਤ ਨ ਪਾਰਾਵਾਰ ਅੰਕ ਅੰਕੜਾ ਰੂਪ ਨਾ ਕੋਈ ਜਣਾਈਆ ਦੂਆ ਕਹਿ ਹੋ ਯਾਰ ਨਿਰਗੁਣ ਸਰਗੁਣ ਕਾਰ ਕਮਾਈਆ ਸਿਫਰ ਕਹਿ ਮੈਂ ਕਰ ਖੁਆਰ ਨਾਮ ਨਿਸ਼ਾਨ ਨਾ ਕੋਈ ਜਣਾਈਆ ਦੂਆ ਕਹਿ ਸਾਚਾ ਸਿਕਦਾਰ ਨਿਰਗੁਣ ਸਰਗੁਣ ਸਾਹ ਪਾਤਸ਼ਾਹ ਖਵਾਈਆ ਸਿਫਰਾ ਕਹਿ ਮੈਂ ਮਾਰਾ ਮਾਰ ਰੂਪ ਰੰਗ ਰੇਖ ਰਹਿਣ ਕੋਈ ਨਾ ਪਾਈਆ ਦੂਆ ਕਹਿ ਮੇਰਾ ਵੱਡ ਬਲਕਾਰ ਨਿਰਗੁਣ ਸਰਗੁਣ ਦੋ ਜਹਾਨ ਮਿਲੇ ਵਡਿਆਈਆ ਸਿਫਰਾ ਕਹਿ ਮੇਰਾ ਅੰਤ ਨਾ ਪਾਰਾਵਾਰ ਬੇਅੰਤ ਆਪਣੀ ਕਾਰ ਕਮਾਈਆ ਤੋ ਜੀ ਇਹ ਗੱਲ ਸਾਰੀ ਜਿਹੜੀ ਆ ਆਦ ਗਦ ਜੁਗ ਚੌਂਕੜੀ ਫਿਰ ਦੂਆ ਜਿਹੜਾ ਚਾੜਾਂ ਤੇਲ ਨਿਤ ਨਵਿਤ ਸਗਨ ਮਨਾਇਦਾ ਸਿਫਰਾ ਕਹਿ ਮੈਂ ਫੜ ਕੇ ਆਪਣੇ ਅੰਦਰ ਘੱਤਾਂ ਸਾਚੀ ਜੇਲ੍ਹ ਬਾਹਰ ਸਕੇ ਨਾ ਕੋਈ ਕਢਾਈ ਕਹਿੰਦਾ ਮੈਂ ਜੇਲ੍ਹ 'ਚ ਸੁੱਟ ਲੈਣਾ ਸਰੀਰ ਛਡਾ ਕੇ ਅਤੇ ਬਾਹਰ ਹੁਣ ਆਵੇ ਕਿਹੜਾ ਜਿਹੜਾ ਆ ਕੇ ਦੱਸੇ ਕਹਿੰਦਾ ਇਹ ਕੋਈ ਦੱਸ ਨਹੀਂ ਸਕਿਆ ਮੇਰਾ ਕਿਉਂਕਿ ਮੈਂ ਆਣ ਕੇ ਸਾਰੇ ਜੇਲ੍ਹ 'ਚ ਸੁੱਟਤੇ ਯਾਨੀ ਕਿ ਜੀਰੋ ਵਾਲੀ ਜੇਲ੍ਹ 'ਚ ਆਪਣੇ 'ਚ ਸੁੱਟ ਲੈ ਜਿਹੜੇ ਨਿਰਗੁਣ ਸਰਗੁਣ ਬਣੇ ਉਹਨਾਂ ਦੀ ਹੋਂਦ ਨਹੀਂ ਰਹੀ ਸਰੀਰ ਨਹੀਂ ਰਿਹਾ ਲੋਕ ਹੌਲੀ ਹੌਲੀ ਭੁੱਲੇ ਗਏ 4 ਯੁੱਗ ਬਾਅਦ ਸਾਰਾ ਸਫਾਇਆ ਕਰਤਾ ਔਰ ਜਿਹੜੇ 36 ਯੁੱਗਾਂ ਦੀ ਕਮਾਈ ਜਿਹੜੀ ਖ਼ਤਮ ਕਰਕੇ ਨਵੇਂ ਸਿਰਿਓਂ ਫੇਰ ਗੁਰੂ ਅਵਤਾਰ ਪੈਗੰਬਰ ਭੇਜੀ ਜਾਣਾ ਇੱਦਾਂ ਜੀਵ ਜਾਏ ਫਿਰ ਨਾ ਆਏ ਗੁਰ ਜਾਏ ਸ਼ਬਦ ਰਹਿ ਜਾਏ ਬਾਣੀ ਰਹਿ ਜਾਂਦੀ ਆ ਅਤੇ ਈਸਰ ਆਏ ਆਪੇ ਜਾਏ ਆਂਦਾ ਫਿਰ ਮੈਂ ਆ ਕੇ ਦੱਸਣਾ ਹੁਣ ਕਿ ਮੈਂ ਸਿਫਰਾ ਕਿੱਦਾਂ ਗੁਰੂ ਅਵਤਾਰਾਂ ਪੈਗੰਬਰਾਂ ਨੂੰ ਜਣਾਉਣਾ ਆ ਆਂਦਾ ਮਮੀ ਮੁੜ ਕੇ ਆਉਣਾ ਆ ਕਿਉਂਕਿ 994 ਚੌਂਕੜੀ ਯੁੱਗ ਬਾਅਦ ਇਹ ਖੇਲ ਸਮਝਾਉਣਾ ਤੋ ਇਹ ਸੀ ਜੀ ਸਫ਼ਰ 0 ਤੋਂ 1 ਤੋਂ ਮੁੜ ਕੇ 2 ਸਰੀਰ ਬਣੇ ਸਰੀਰ ਦੋਵੇਂ ਨਸ਼ਟ ਹੋ ਗਏ ਫਿਰ 0 ਰੂਪ ਹੋ ਗਏ ਔਰ 0 ਰੂਪ ਹੋ ਕੇ ਹੁਣ ਆਪਾਂ ਵੇਖਣਾ ਕਿ ਕੀ ਉਹ ਸਿਫਰਾ ਆ ਕੇ ਕੋਈ ਉਹਨੇ ਅੰਕ ਬਣਾਇਆ ਕਿਉਂਕਿ ਸੀ 0 ਇਕੱਲੇ ਆ ਨਹੀਂ ਸਕਦੀ 1-9 ਦੀ ਗੱਲ ਕੀਤੀ ਆ ਉਹ ਕਹਿੰਦਾ 1-9 ਦੇ ਵਿੱਚ ਹੀ ਸਾਰੇ ਫਸਾ ਸਾਡੇ 9 ਖੰਡ ਅਤੇ 7 ਦੀਪਾਂ 'ਚ ਆ ਅਤੇ 9 ਹੀ ਦੁਆਰੇ ਆ ਸਾਡੇ ਸਰੀਰ ਦੇ 2 ਅੱਖਾਂ ਕੰਨ ਨੱਕ ਮੂੰਹ ਅਤੇ ਜਿਹੜਾ ਥੱਲੇ ਵਾਲੇ ਦੁਆਰੇ ਜਿਹੜੇ ਸਾਰੇ ਸਾਡੇ ਅੰਗ ਪ੍ਰਜਨਨ ਅੰਗ ਜਾਂ ਵੇਸਟ ਵਾਲੇ ਤੋ ਇਹ ਸਾਰੇ 9 ਦੁਆਰੇ ਕੀ ਧਰਤੀ ਆ ਇੱਥੋਂ ਲਾ ਕੇ ਅਤੇ ਇੱਥੋਂ ਤੱਕ ਪਾਣੀ ਆ ਇਹ ਪਾਣੀ ਦੇ ਵਿੱਚ ਹੀ ਸਾਰੇ ਜਿਹੜੇ ਘੁੰਮੀ ਗਏ ਅਤੇ ਉੱਪਰ ਨਿਰੰਕਾਰ ਦਾ ਕਹਿ ਲਿਆ ਮਨ ਮਤ ਬੁੱਧ ਸਭ ਨੂਰ ਨੇ ਪ੍ਰਕਾਸ਼ ਨੇ ਥੱਲੇ ਪਤਾਲ ਨੇ ਹੁਣ ਉਹ ਆਂਦਾ ਕਿ ਇਹਨਾਂ ਸਾਰਿਆਂ ਦੇ ਵਿੱਚ ਹੀ ਮੈਂ ਇਹਨਾਂ ਸਾਰਿਆਂ ਨੂੰ ਧੱਕ ਛੱਡਿਆ ਆਂਦਾ ਇੱਕ ਕੀ ਆ ਇੱਕ ਮਕਾਰ ਬਣਿਆ ਇੱਕ ਪਰਮਾਤਮਾ ਨਿਰਗੁਣ ਨਿਰੰਕਾਰ ਆਂਦਾ 2 ਕੀ ਆ ਸਰਗੁਣ ਸਰੀਰ ਜਿਹਦੇ ਵਿੱਚ ਆਪਣਾ ਕੰਮ ਕਰਦਾ ਦੂਆ ਬਣਾ ਦਿੰਦਾ ਦੂਈ ਦਵੈਤੀ ਪਾ ਦਿੰਦਾ ਸਾਰਿਆਂ ਦੇ ਵਿੱਚ ਆਂਦਾ 3 ਕੀ ਆ 3 ਆਂਦਾ ਰਜੋ ਸਤੋ ਤਮੋ ਵਿਸ਼ਨੂੰ ਬ੍ਰਹਮਾ ਸ਼ਿਵ ਪ੍ਰੈਜੈਂਟ ਪਾਸਟ ਫਿਊਚਰ ਅਤੇ ਇਹ ਜਿਹੜੇ 3 ਲੋਕ ਨੇ ਠੀਕ ਹੈ ਜੀ ਅਤੇ ਇਸ ਕਰਕੇ ਮਾਇਆ ਹੋ ਗਈ ਰਜੋ ਤਮੋ 3 ਲੋਕ ਅਤੇ ਵਿਸ਼ਨੂੰ ਬ੍ਰਹਮਾ ਸ਼ਿਵ ਯਾਨੀ ਕਿ ਆਕਾਸ਼ ਪਤਾਲ ਅਤੇ ਧਰਤੀ ਜਿਹੜੀ ਆ ਮਾਤ ਲੋਕ 3 ਹੋ ਗਏ ਆਂਦਾ 4 'ਚ ਕੀ ਆ ਆਂਦਾ 4 'ਚ ਚੌਥਾ ਘਰ ਆ ਗਿਆ 4 'ਚ 4 ਯੁੱਗ ਆ ਗਏ ਕਲਯੁਗ ਸਤਯੁਗ ਤ੍ਰੇਤਾ ਦੁਆਪਰ ਆ ਗਏ 4 'ਚ 4 ਖਾਣੀਆਂ ਆ ਗਈਆਂ ਅੰਡਰ ਜੇਰੇ ਜੋਤਪਜ ਸੇਤਜ 4 'ਚ 4 ਦਿਸ਼ਾਵਾਂ ਆ ਗਈਆਂ ਅਤੇ ਫਿਰ ਇਸੇ ਤਰ੍ਹਾਂ ਹੀ ਪਰਾ ਬਸੰਤੀ ਮਧਮ ਬੈਕਰੀ ਜਿਹਦੇ ਨਾਲ ਬੋਲਦੇ ਹਾਂ ਇਹਦੇ 'ਚ ਫਸ ਜਾਂਦੇ ਹਾਂ ਚੌਥੇ ਘਰ ਦੇ ਵਿੱਚ ਫਿਰ ਉਹਨੂੰ ਸਾਰੀ ਦਾ ਢੂੰਡਦੇ ਰਹਿੰਦੇ ਹਾਂ ਸਾਰੀ ਉਮਰ
ਇਸੇ ਤਰ੍ਹਾਂ ਹੀ ਪੰਜ ਤੱਤ ਆ। ਪੰਚਮ ਸ਼ਬਦ ਦੀ ਧਾਰ ਆ, ਅੱਗ ਪਾਣੀ ਹਵਾ ਮਿੱਟੀ ਜੋਤ, ਤੇ ਪੰਜ ਹੀ ਸ਼ਬਦ ਆ। ਤੇ ਪੰਜ ਦੀ ਸਾਰੀ ਜਿਹੜਾ ਖੇਲ ਆ। 6 ਕੀ ਆ? 6 ਦੇ ਵਿੱਚ ਸ਼ਬਦ ਦੀ ਖੇਲ ਚੱਲਦੀ ਆ, ਪੰਜ ਤੱਤ ਆ ਉਹ, ਤੇ ਪੰਚਮ ਪ੍ਰਮਾਣ ਕਰਦਾ। ਤੇ ਪੰਜ ਹੀ ਵਿਕਾਰ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਠੀਕ ਨਹੀਂ? ਇਹ ਸਾਰੀਆਂ ਚੀਜ਼ਾਂ ਪੰਜ ਹੀ ਗਿਆਨ ਇੰਦਰੀਆਂ, 2 ਅੱਖਾਂ 2 ਕੰਨ ਤੇ ਮੂੰਹ, ਜਿਨ੍ਹਾਂ ਨਾਲ ਦੇਖਿਆ ਤੇ ਸੁਣਿਆ ਤੇ ਬੋਲਿਆ ਜਾ ਸਕਦਾ। ਤੇ ਜਿਹੜੀ ਇਹ ਵਿਧਿਆ ਸਾਰੀ ਆ, ਇਹਦਾ 6 'ਚ ਕੀ ਆ? 6 'ਚ ਆਉਂਦਾ ਸ਼ਬਦ ਆ। 7 'ਚ 7 ਦੀਪ ਬਣੇ ਆ, ਸਵਰਨੀ ਜੋਤ ਬਣੀ ਆ, ਜਿਹੜੀ ਦੁਨੀਆ 7 ਦੀਪਾਂ 'ਚ ਵੰਡੀ ਆ। ਤੇ ਆਂਦਾ 7 ਜਿਹੜੇ ਹੈਗੇ ਆ ਤੇ 7 ਤਾਲ ਲਾ ਕੇ 14 ਤਬਕ ਨੇ। ਤੇ ਇਹਦੇ 'ਚੋਂ ਵੜ ਕੇ 8 'ਚ ਆ ਗਏ, 2 ਜ਼ੀਰੋ ਆ ਗਈਆਂ, 8 ਤੱਤ ਹੋ ਗਏ। ਆਂਦਾ ਜਿਹੜਾ 8 ਜਿਹੜੇ ਹੈਗੇ ਨੇ ਮਨ ਮਤ ਬੁੱਧ ਉੱਪਰ ਆ ਗਈ, ਤੇ ਅੱਗ ਪਾਣੀ ਹਵਾ ਮਿੱਟੀ ਜੋਤ। ਇਹ ਜਿਹੜੇ ਆਦੇਸ਼ ਆ ਮਨ ਮਤ ਬੁੱਧ, ਤੇ ਇੱਦਾਂ ਹੀ ਅੱਗ ਪਾਣੀ ਹਵਾ ਮਿੱਟੀ ਜੋਤ ਇੱਕ ਮੁੱਠ ਬਣ ਕੇ ਸਰੀਰ ਬਣਦਾ 8 ਤੱਤਾਂ ਨਾਲ। 9 ਆਂਦਾ 9 ਜਿਹੜਾ ਆ 9 ਖੰਡ ਨੇ, ਤੇ 9 ਹੀ ਦੁਆਰੇ ਨੇ, ਅੱਖਾਂ ਕੰਨ ਮੂੰਹ ਨੱਕ, ਤੇ ਇੱਥੋਂ ਤੱਕ ਆਪਣੇ ਜਿਹੜੇ 9 ਦੁਆਰੇ ਨੇ, 9 ਦਰ ਨੇ। ਆਂਦਾ ਵੀ ਇਸ ਤੋਂ ਬਾਅਦ 9 ਦੇ ਬਾਅਦ ਆਂਦਾ ਗਿਣਤੀ ਨਹੀਂ ਦੱਸੀ ਗਈ ਇਹਨੂੰ, ਇੱਕ ਗੱਲ ਕਰਦਾ ਰਿਹਾ, ਤੇ ਆਪਣੀ ਸਿਫਰਾ ਕਿਸੇ ਨੂੰ ਪੜ੍ਹਾਇਆ ਨਹੀਂ। ਤੇ ਜਦੋਂ ਮੈਂ ਸਿਫਰਾ ਲਾਉਣਾ ਉਹਦੇ ਨਾਲ ਅੰਕ ਵੱਧਦਾ। ਆਂਦਾ ਇਹ ਕਿੱਦਾਂ ਬਣੇ? ਇੱਕ ਨੂੰ ਬਣ ਕੇ ਕਿਹਨੇ ਦਿਖਾਇਆ? ਗੁਰੂ ਨਾਨਕ ਪਾਤਸ਼ਾਹ ਜੀ ਇੱਕ ਵਸਤ ਲੈ ਕੇ ਆਏ ਏਕਮਕਾਰ ਦੇ। ਉਹ ਏਕਮਕਾਰ ਜਿਹੜਾ ਸੱਚਾ ਜਾਪ ਸਤਨਾਮ ਦਾ ਸੀਗਾ, ਉਹ ਕਿੱਥੇ 'ਚ ਟਿਕਾਈ? ਉਹਨਾਂ ਦੇ ਸਰੀਰ 'ਚ ਧੁਰੋਂ ਆਈ। ਉਹ ਜਿਹੜੀ ਜੋਤ ਏਕਮਕਾਰ ਦੀ, ਉਹ ਕਿੱਥੇ ਗਈ? ਗੁਰੂ ਅੰਗਦ ਦੇਵ ਜੀ 'ਚ। ਔਰ ਉਹਨੇ ਕਿਹਾ ਉਹ ਇੱਕ ਦਿਖਾਇਆ ਕਿ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਸਾਹਿਬ ਲਹਿਣਾ ਜੀ ਤੋਂ, ਭਾਈ ਲਹਿਣਾ ਜੀ ਤੋਂ ਸਾਹਿਬ ਗੁਰੂ ਅੰਗਦ ਦੇਵ ਜੀ ਬਣੇ ਜੋਤ ਕਰਕੇ ਜਿਹੜੀ ਰੱਖੀ ਗਈ। ਉਹ ਇੱਕ ਜੋਤ ਫਿਰ ਅੱਗੇ ਟਿਕਾਈ, ਏਕਾ 10 ਤੱਕ ਆਇਆ। ਆਂਦਾ ਜ਼ੀਰੋ ਰੂਪ ਕਿੱਦਾਂ? ਸਾਰੀਆਂ ਸਿਫਰ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਤੋ ਇਸ ਕਰਕੇ ਇਹ ਸਾਰਾ ਹੈਗਾ। ਹੁਣ ਆਪਾਂ ਵੇਖਣਾ ਕਿ ਉਹ ਜਿਹੜਾ ਸਿਫਰਾ ਆ, ਇਹਨੇ ਮੁੜ ਕੇ ਅੰਕ ਬਣਾਇਆ, ਅੰਕ ਕਰਕੇ ਜਾ ਕੇ ਵਾਪਸ ਆਇਆ। ਜੇ ਤੇ ਦੁਬਾਰਾ ਜਾ ਕੇ ਵਾਪਸ ਆਏਗਾ ਫਿਰ ਪਤਾ ਲੱਗੇਗਾ, ਜੇ ਜਾ ਕੇ ਵਾਪਸ ਨਹੀਂ ਆਇਆ ਤੇ ਉਹੀ ਹਾਲ ਜੋ ਹੁਣ ਤੱਕ ਹੋਇਆ, ਤੇ 901 ਹੀ ਚੱਲੂ। ਹੁਣ ਸਿਫਰਾ ਸਮਝਣ ਵਾਸਤੇ ਆਪਾਂ ਵੇਖਿਆ ਕਿ ਗਾੜੀ ਵੇਖਣਾ ਕਿ ਉਹ ਕਿੱਦਾਂ ਵਾਪਸ ਆਇਆ। ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਅਗਲੀ ਵੀਡੀਓ 'ਚ ਦੇਖਾਂ।